डॉक्टर रवि गर्ग, डायरैक्टर पायनीयर इमीग्रेशन CICC ਮੈਂਬਰ ਵੱਲੋਂ ਸਾਰਿਆਂ ਨੂੰ ਨਮਸਕਾਰ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ। 83rd ਲਾਈਵ ਸੈਸ਼ਨ ਹੈਗਾ ਆਪਣਾ। ਇਹ ਕਰੋਨਾ ਸ਼ੁਰੂ ਹੋਣ ਤੋਂ ਬਾਅਦ ਕੈਨੇਡਾ ਦੇ ਵੀਜ਼ਾ ਦੀ ਗਾਈਡੈਂਸ ਦੇ ਲਈ ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਸਪਾਊਸ ਵੀਜ਼ਾ, ਪੇਰੈਂਟਸ ਦੇ ਵਿਜ਼ਿਟਰ ਵੀਜ਼ਾ ਔਰ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਵੀਜ਼ਾ ਲੈ ਕੇ ਗਏ ਨੇ ਉਹਨਾਂ ਦੀ ਪਰਮਾਨੈਂਟ ਰੈਜ਼ੀਡੈਂਸ, ਉਹਨਾਂ ਦੀ ਗਾਈਡੈਂਸ ਔਰ ਪੋਸਟ ਗ੍ਰੈਜੂਏਟ ਵਰਕ ਪਰਮਿਟ, ਕਈ ਤਰ੍ਹਾਂ ਦੇ ਜਿਹੜੇ ਪ੍ਰੋਗਰਾਮਸ ਡੀਲ ਕਰਦੇ ਹੈ। ਪਾਇਨੀਅਰ ਇਮੀਗ੍ਰੇਸ਼ਨ ਜਿਹੜੀ ਕਿ 2003 ਤੋਂ 100% ਓਨੈਸਟੀ, ਟਰਾਂਸਪੇਰੈਂਸੀ ਔਰ ਕੇਅਰ ਦੇ ਨਾਲ ਸੇਵਾਵਾਂ ਦਿੰਦੀ ਆ ਰਹੀ ਹੈ। 9 ਆਫਿਸਿਸ ਇਨ ਇੰਡੀਆ, 2 ਇਨ ਕੈਨੇਡਾ, 1 ਇਨ ਬਰੈਂਪਟਨ ਐਂਡ 1 ਇਨ ਸੈਸਕੈਚੁਆਨ ਪ੍ਰੋਵਿੰਸ ਦੇ ਵਿੱਚ। ਇਸ ਵਕਤ ਸਟੱਡੀ ਵੀਜ਼ਾ ਦੇ ਰਿਜ਼ਲਟਸ ਬਹੁਤ ਚੰਗੇ ਆ ਰਹੇ ਹੈ। ਜ਼ਿਆਦਾਤਰ ਸਟੂਡੈਂਟਸ ਦੇ ਵੀਜ਼ਾ ਆਫਕੋਰਸ 6 ਜੁਲਾਈ 2021 ਦੇ ਵਿੱਚ ਲਾਸਟ ਵੀਜ਼ਾ ਆਇਆ ਸੀ 6 5.5 ਦਾ, ਮਤਲਬ ਇੱਕ ਜੇ ਕਿਸੇ ਦੇ 5.5 ਨੇ ਇਨ ਐਨੀ ਮੋਡਿਊਲ ਤਾਂ ਉਸ ਤੋਂ ਬਾਅਦ ਵੀਜ਼ਾ ਨਹੀਂ ਆਇਆ। ਬੜੇ ਸਾਰੇ ਕੰਸਲਟੈਂਟ ਨਾਲ ਗੱਲਬਾਤ ਹੁੰਦੀ ਹੈ, ਅੰਬੈਸੀ ਨਾਲ ਗੱਲਬਾਤ ਹੋਈ ਹੈ, ਕਾਲਜਿਸ ਨਾਲ ਗੱਲਬਾਤ ਹੋ ਰਹੀ ਹੈ। 5.5 ਦੇ ਨਾਲ ਅਸੀਂ ਕੇਸਿਸ ਨਹੀਂ ਲੈ ਰਹੇ ਔਰ ਸਟੂਡੈਂਟਸ ਨੂੰ ਅੰਬੈਸੀ ਦੇ ਵਿੱਚ ਕੇਸ ਨਹੀਂ ਲਗਾਉਣਾ ਚਾਹੀਦਾ। ਹਾਲਾਂਕਿ ਬਹੁਤ ਸਾਰੇ ਕਾਲਜਿਸ ਹੁਣ ਵੀ 5.5 ਇਨ ਐਨੀ ਮੋਡਿਊਲ ਦੇ ਨਾਲ ਇੱਕ ਦੇ ਵਿੱਚ ਅਗਰ ਹੋਣ ਤਾਂ ਆਫਰ ਲੈਟਰ ਦੇ ਦਿੰਦੇ ਨੇ, ਮਤਲਬ ਕਿ ਐਡਮਿਸ਼ਨ ਦੇ ਦਿੰਦੇ ਨੇ, ਲੇਕਿਨ ਅੰਬੈਸੀ ਤੋਂ ਵੀਜ਼ਾ ਨਹੀਂ ਮਿਲਣਾ। ਇਸ ਕਰਕੇ ਫਾਈਲ ਲਾਉਣ ਦਾ ਫਾਇਦਾ ਹੀ ਨਹੀਂ ਹੈਗਾ। ਸੋ ਅਗਰ ਕਿਸੇ ਦੇ 5.5 ਇਨ ਐਨੀ ਮੋਡਿਊਲ ਹੈਗੇ ਨੇ ਅਤੇ ਉਹ ਰਿਪੀਟ ਕਰ ਲੈਣ। 5.5 ਇਨ ਐਨੀ ਮੋਡਿਊਲ ਦੇ ਨਾਲ ਕਿਸੇ ਕਾਲਜ ਦੇ ਵਿੱਚ ਆਪਾਂ ਐਡਮਿਸ਼ਨ ਲੈ ਲਾਂਗੇ, ਆਫਰ ਲੈਟਰ ਲੈ ਲਾਂਗੇ। ਅੰਬੈਸੀ ਜਿਹੜੀ ਹੈ ਆਈਲੈਟਸ ਜਨਰਲ ਵੀ ਐਕਸੈਪਟ ਕਰ ਲੈਂਦੀ ਹੈ, ਧਿਆਨ ਰੱਖਣਾ ਹੈਗਾ। ਜਨਰਲ ਜਿਹੜਾ ਹੈਗਾ ਉਸ ਦੇ ਵਿੱਚ ਖਾਸ ਤੌਰ 'ਤੇ ਰੀਡਿੰਗ ਔਰ ਰਾਈਟਿੰਗ, ਇਹ ਦੋ ਦਾ ਫਰਕ ਹੁੰਦਾ। ਰੀਡਿੰਗ ਖਾਸ ਤੌਰ 'ਤੇ ਮੈਂ ਸਮਝਦਾ ਬਹੁਤ ਔਖੀ ਹੁੰਦੀ ਹੈ ਅਕੈਡਮਿਕ ਦੀ, ਜਨਰਲ ਦੀ ਕਾਫੀ ਸੌਖੀ ਹੁੰਦੀ ਹੈ। ਸੋ ਜਨਰਲ ਵੀ ਤੁਸੀਂ ਕਰ ਸਕਦੇ ਹੋ ਵੰਸ ਯੂ ਹੈਵ ਜਿਹੜਾ ਹੈ ਓਵਰਆਲ 6 ਨਾਟ ਲੈਸ ਦੈਨ 5.5 ਇਨ 1 ਮੋਡਿਊਲ ਜਾਂ ਹਾਇਰ ਸਕੋਰ ਤੁਹਾਡਾ ਹੈਗਾ, ਲੇਕਿਨ 5.5 ਇਨ ਐਨੀ ਮੋਡਿਊਲ ਹੈਗੇ ਅਤੇ ਫਿਰ ਤੁਸੀਂ ਜਨਰਲ ਕਰ ਲਓ ਅਤੇ ਉਸ ਦੇ ਨਾਲ ਤੁਹਾਡੇ ਆਈਲੈਟਸ ਦੇ ਬੈਂਡਸ ਦੀ ਚਾਂਸਿਸ ਬੈਟਰ ਹੋ ਜਾਣਗੇ। ਔਰ ਆਪਾਂ ਅੰਬੈਸੀ ਨੂੰ 6 ਈਚ ਔਰ ਹਾਇਰ ਹੈਗੇ ਹੈ, ਓਨਲੀ ਦੈਨ ਜਨਰਲ ਜਿਹੜਾ ਹੈ ਐਕਸੈਪਟ ਕਰ ਲੈਂਦੀ ਅੰਬੈਸੀ, ਕੋਈ ਪ੍ਰੋਬਲਮ ਨਹੀਂ। PTE ਵੀ ਓਕੇ ਹੈਗਾ, ਲੇਕਿਨ ਧਿਆਨ ਰੱਖਣਾ ਹੈਗਾ ਕਿ PTE ਦਾ ਸਕੋਰ ਦੇਖਣਾ ਪੈਣਾ ਅਗੇਨ, ਕਿ ਕਈ ਕਾਲਜਿਸ ਲੋਅਰ ਸਕੋਰ ਦੇ ਨਾਲ ਵੀ ਵੀਜ਼ਾ ਜਿਹੜਾ ਐਡਮਿਸ਼ਨ ਦੇ ਦਿੰਦੇ ਹੈ, ਲੇਕਿਨ ਆਪਾਂ ਇਕੁਵਲੈਂਸ ਚੈੱਕ ਕਰਨੀ ਹੈ ਉਸ ਦੀ ਜਿਹੜੀ ਹੈ PTE ਦੇ ਕਿੰਨੇ ਤੁਹਾਡੇ ਸਕੋਰ ਨੇ, ਉਸ ਦੀ ਇਕੁਵਲੈਂਸ ਕੀ ਹੈਗੀ ਹੈ, ਆਈਲੈਟਸ ਦੇ ਬਰਾਬਰ ਕਿੰਨਾ ਸਕੋਰ ਬਣਦਾ ਹੈਗਾ ਈਚ ਮੋਡਿਊਲ ਦੇ ਵਿੱਚ। ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ ਦੇ ਵਿੱਚ 6 ਈਚ ਤੋਂ ਘੱਟ ਨਹੀਂ ਹੋਣਾ ਚਾਹੀਦਾ। ਕਿਸੇ ਵੀ ਮੋਡਿਊਲ ਦੇ ਵਿੱਚ 6 ਤੋਂ ਘੱਟ ਨਹੀਂ ਹੋਣਾ ਚਾਹੀਦਾ। ਇਹ ਅਲੱਗ-ਅਲੱਗ ਸਕੋਰਸ ਦੇ, ਰੀਡਿੰਗ, ਰਾਈਟਿੰਗ, ਲਿਸਨਿੰਗ, ਸਪੀਕਿੰਗ ਦੇ ਅਲੱਗ-ਅਲੱਗ ਸਕੋਰਸ ਦੇ ਅਲੱਗ-ਅਲੱਗ ਇਕੁਵਲੈਂਸ ਹੈਗੀ ਹੈ। ਤੁਹਾਡੇ ਕਿੰਨੇ ਸਕੋਰ ਕਿਹੜੇ ਮੋਡਿਊਲ ਵਿੱਚ ਹੈਗੇ ਨੇ, ਉਸ ਦੀ ਕਿੰਨੀ ਇਕੁਵਲੈਂਸ ਬਣਦੀ ਹੈਗੀ ਹੈ, ਉਸ ਦਾ ਧਿਆਨ ਰੱਖ ਕੇ ਆਪਾਂ ਅਗਰ ਐਲੀਜੀਬਿਲਿਟੀ ਬਣਦੀ ਹੈਗੀ ਹੈ ਅੰਬੈਸੀ ਦੇ ਵਿੱਚ 6 ਈਚ ਔਰ ਹਾਇਰ ਦੇ ਨਾਲ ਹੀ ਫਾਈਲ ਲਗਾਉਣੀ ਹੈਗੀ ਹੈ, ਨਹੀਂ ਤਾਂ ਇੰਪਰੂਵਮੈਂਟ ਕਰ ਲੈਣੀ ਹੈ। ਰਿਸਕ ਨਹੀਂ ਲੈਣਾ ਵੀਜ਼ਾ ਰਿਫਿਊਜ਼ਲ ਦਾ। ਜਿਨ੍ਹਾਂ ਦੇ ਵੀਜ਼ੇ ਆ ਗਏ ਉਹਨਾਂ ਦੀ ਜਿਹੜੀ ਫਲਾਈਟਸ ਡਾਇਰੈਕਟ ਜਾਂਦੀਆਂ ਪਈਆਂ ਨੇ, ਇਸ ਵਕਤ ਕੋਈ ਰੁਕਾਵਟ ਨਹੀਂ ਹੈ। ਹਾਲਾਂਕਿ ਓਮੀਕਰੋਨ ਜਿਹੜਾ ਵਾਇਰਸ ਹੈਗਾ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਦਾ ਪਿਆ, ਉਹਦੀ ਮਾਰ ਬਹੁਤ ਤੇਜ਼ ਆ। ਹਾਲਾਂਕਿ ਅੱਛੀ ਗੱਲ ਇਹ ਹੈਗੀ ਹੈ ਕਿ ਸੀਵੀਅਰਿਟੀ ਨਹੀਂ ਹੈ, ਦਾ ਮਤਲਬ ਇਹ ਕਿ ਸੀਰੀਅਸ ਨਹੀਂ ਕਰਦਾ ਜ਼ਿਆਦਾਤਰ ਲੋਕਾਂ ਨੂੰ, ਬਹੁਤ ਹੀ ਘੱਟ ਇਹ ਸੀਰੀਅਸ ਕਰਨ ਦੇ ਚਾਂਸ ਹੈਗੇ ਨੇ। ਲੇਕਿਨ ਖਾਂਸੀ ਬੁਖਾਰ ਵਗੈਰਾ ਹੋ ਜਾਂਦਾ ਹੈਗਾ, ਤਕਲੀਫ ਹੁੰਦੀ ਹੈਗੀ ਆ, ਬਚ ਕੇ ਰਹਿਣਾ ਹੈਗਾ। ਉਹੀ ਇਲੈਕਸ਼ਨ ਵਗੈਰਾ ਦੇ ਕਰਕੇ ਕਈ ਵਾਰੀ ਗੌਰਮੈਂਟਸ ਜਿਹੜੀਆਂ ਨੇ ਹੋ ਜਾਂਦੀਆਂ ਨੇ ਮਜਬੂਰ ਕੇ ਖੋਲ੍ਹ ਦਿੰਦੀਆਂ ਨੇ, ਲੇਕਿਨ ਆਪਣਾ ਆਪਣੇ ਘਰੇ ਰਹਿਣਾ ਹੈਗਾ, ਬਚ ਕੇ ਰਹਿਣਾ ਹੈਗਾ।
ਜਿਹੜੀ ਕੋਈ ਨਾ ਕੋਈ ਸਕਰੀਨ ਯੂਜ਼ ਕਰਨੀ ਹੈਗੀ ਹੈ, ਔਰ ਸੈਨੀਟਾਈਜ਼ਰ ਯੂਜ਼ ਕਰਨਾ ਹੈਗਾ, ਮਾਸਕ ਯੂਜ਼ ਕਰਨਾ ਹੈ, ਧਿਆਨ ਰੱਖਣਾ ਹੈਗਾ। फ़ोन ਤੇ ਹੋ ਸਕੇ ਤਾਂ फ़ोन ਤੇ ਇਨਫੋਰਮੇਸ਼ਨ ਜ਼ਿਆਦਾਤਰ ਲੈ ਲੈਣੀ, ਅਵੋਇਡ ਕਰਨੀ ਵਿਜ਼ਿਟਸ ਮਾਲਸ, ਹੋਟਲਸ, ਰੈਸਟੋਰੈਂਟਸ, ਇਹ ਸਾਰੀਆਂ ਚੀਜ਼ਾਂ ਥੋੜ੍ਹਾ ਅਵੋਇਡ ਕਰਨੀ। ਤਕਲੀਫ ਹੁੰਦੀ ਹੈਗੀ ਹੈ। ਕਾਫੀ ਸਾਰੇ ਮੇਰੇ ਜਾਣ ਪਹਿਚਾਣ ਵਾਲੇ ਲੋਕਾਂ ਨੂੰ ਕਰੋਨਾ ਜਿਹੜਾ ਹੈ ਹੋ ਚੁੱਕਿਆ ਹੈਗਾ ਰੀਸੈਂਟਲੀ 10-15-20 ਦਿਨਾਂ ਦੇ ਵਿੱਚ। ਟੇਕ ਸਪੈਸ਼ਲ ਕੇਅਰ, ਇਹ 3rd ਵੇਵ ਹੈਗੀ ਹੈ, ਅਤੇ ਮੈਂ ਰੱਬ ਨੂੰ ਅਰਦਾਸ ਕਰੀਏ ਆਖਰੀ ਹੋਵੇ ਔਰ ਇਸ ਤੋਂ ਬਾਅਦ ਤਕਲੀਫ ਨਾ ਹੋਵੇ। ਵਿਜ਼ਿਟਰ ਵੀਜ਼ਾ ਵੀ ਲੱਗਦੇ ਪਏ ਨੇ, ਕੋਈ ਪ੍ਰੋਬਲਮ ਨਹੀਂ। ਔਰ ਨਵਾਂ ਪੋਰਟਲ ਕੈਨੇਡਾ ਅੰਬੈਸੀ ਨੇ ਲਾਂਚ ਕੀਤਾ ਸੀਗਾ, ਉਸ ਤੋਂ ਬਾਅਦ 15-20 ਦਿਨ ਮਹੀਨੇ ਦੇ ਵਿੱਚ ਵੀਜ਼ਾ ਆਉਂਦੇ ਪਏ ਨੇ, ਕੋਈ ਪ੍ਰੋਬਲਮ ਨਹੀਂ ਹੈਗਾ। ਸਪਾਊਸ ਵੀਜ਼ਾ ਵੀ ਆ ਰਹੇ ਨੇ। ਇੱਕ ਗੱਲ ਦਾ ਖਿਆਲ ਰੱਖਣਾ ਹੈ ਕਿ ਕਾਫੀ ਸਾਰੇ ਲੋਕਾਂ ਦੀ ਅੰਬੈਸੀ ਦੀ ਵੱਲੋਂ ਪਰਸਨਲ ਇੰਟਰਵਿਊ ਵਾਸਤੇ ਕਾਲਸ ਆ ਗਈਆਂ ਸੀਗੀਆਂ ਸਪਾਊਸ ਵੀਜ਼ਾ ਦੇ, ਔਰ ਹੁਣ ਕੈਂਸਲ ਹੋ ਗਈਆਂ। ਇਸ ਕਰੋਨਾ ਨੂੰ ਦੇਖਦੇ ਹੋਏ ਅੰਬੈਸੀ ਨੇ ਚਿੱਠੀਆਂ, ਈਮੇਲ ਪਾ ਕੇ ਅਤੇ ਕੈਂਸਲ ਕਰ ਦਿੱਤੀ ਹੈਗੀ। ਦੁਬਾਰਾ ਰੀਸ਼ਡਿਊਲ ਹੋਏਗੀ, ਦੁਬਾਰਾ ਉਹਨਾਂ ਦੀ ਡੇਟ ਆਏਗੀ, ਕਿਹੜੀ ਡੇਟ ਨੂੰ ਉਹਨਾਂ ਦੀ ਇੰਟਰਵਿਊ ਹੈਗੀ ਹੈ, ਪਰਸਨਲ ਇੰਟਰਵਿਊ। ਲੇਕਿਨ ਦੇਖੋ, ਜਦੋਂ ਜਿਹੜੇ ਸਪਾਊਸ ਵੀਜ਼ਾ ਦੇ ਕੇਸਿਸ ਸੀਗੇ, ਲੋਕਾਂ ਦੇ ਜਿਹੜੀ ਐਪਲੀਕੇਸ਼ਨਸ ਲੱਗੀਆਂ ਹੋਈਆਂ ਸੀਗੀਆਂ 6 ਮਹੀਨੇ, ਸਾਲ, 1.5 ਸਾਲ, 2-2 ਸਾਲ ਵੀ ਹੋ ਚੁੱਕੇ ਨੇ। ਕਰੋਨਾ ਕਰਕੇ ਟਾਈਮ ਲੱਗ ਗਿਆ। ਲੇਕਿਨ ਵਾਈਲ ਦੇ ਵਰ ਵੇਟਿੰਗ, ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਜਦੋਂ ਇਹ ਵੇਟ ਕਰਦੇ ਪਏ ਸੀਗੇ, ਉਦੋਂ ਇੱਕ ਦੂਜੇ ਨਾਲ ਚੈਟ ਜਿਹੜੀ ਹੈ, ਗੱਲਬਾਤ ਫ਼ੋਨ ਦੇ ਬਿੱਲ ਦੀ ਡਿਟੇਲ, ਕਿੰਨੀ ਵਾਰੀ ਗੱਲਬਾਤ ਹੋਈ, ਵਟਸਐਪ ਵਗੈਰਾ ਦੇ ਚੈਟ ਹਿਸਟਰੀ ਕਹਿੰਦੇ ਨੂੰ, ਉਹ ਤੁਸੀਂ ਲਿਜਾਣੀ ਹੁੰਦੀ ਜੇ ਪਰਸਨਲ ਇੰਟਰਵਿਊ ਆ ਜਾਵੇ ਤਾਂ। ਹਾਲਾਂਕਿ ਬੜਾ ਸਾਰਾ ਪੰਜਾਬ ਦੇ ਵਿੱਚ ਵੀ ਗੱਲਬਾਤ ਚੱਲਦੀ ਰਹੀ, ਕਈ ਤਰ੍ਹਾਂ ਦੀ ਪੇਪਰ ਮੈਰਿਜਿਸ ਔਰ ਕਈ ਤਰ੍ਹਾਂ ਦੀ ਗੱਲਾਂ ਚੱਲਦੀਆਂ ਨੇ। ਸੋ ਸਾਨੂੰ ਵੀ ਇੰਨਾ ਪਤਾ ਨਹੀਂ ਲੱਗ ਪਾਉਂਦਾ ਵੀ ਕੀ ਗੱਲ ਹੈਗੀ। ਲੇਕਿਨ ਅੰਬੈਸੀ ਵਾਲੇ ਐਕਸਪਰਟ ਨੇ, ਉਹ ਇਹ ਚੀਜ਼ ਦੇਖਣਾ ਚਾਹੁੰਦੇ ਨੇ ਕਿ ਜਿਹੜੀ ਮੈਰਿਜ ਹੈਗੀ ਹੈ ਜੈਨੂਅਨ ਹੈਗੀ ਸੀਗੀ, ਜਾਇਜ਼ ਸੀਗੀ, ਜਾਂ ਕਿ ਐਵੇਂ ਹੈਗੀ ਹੈ। ਇਹਦਾ ਮਤਲਬ ਫਿਰ ਉਹ ਜੇ ਪ੍ਰੋਪਰ ਚੈਟ ਨਹੀਂ ਹੋਏਗੀ, ਪ੍ਰੋਪਰ ਰਿਕਾਰਡ ਤੁਹਾਡੇ ਕੋਲ ਨਹੀਂ ਹੋਏਗਾ, ਤਾਂ ਫਿਰ ਅੰਬੈਸੀ ਵੱਲੋਂ ਰਿਫਿਊਜ਼ਲ ਦੇ ਚਾਂਸ ਹੋਣਗੇ। ਔਰ ਈਵਨ ਕਿ ਇਹ ਧਿਆਨ ਰੱਖਣ ਵਾਲੀ ਗੱਲ ਹੈ ਕਿ ਅੰਬੈਸੀ ਨੂੰ ਲੱਗੇ ਕਿ ਬਿਲਕੁਲ ਜਿਹਨੂੰ ਕਹਿੰਦੇ ਸਫੇਦ ਝੂਠ ਹੈਗਾ। ਹਾਲਾਂਕਿ ਲਾਵਾਂ ਲਿੱਤੀਆਂ ਜਾਂਦੀਆਂ, ਮੈਰਿਜ ਹੁੰਦੀ ਹੈ, ਪ੍ਰੋਪਰ ਫੰਕਸ਼ਨਸ ਹੁੰਦੇ ਨੇ, ਕਈ ਤਰ੍ਹਾਂ ਦੀ ਫੋਟੋਆਂ ਹੁੰਦੀਆਂ ਨੇ, ਲੇਕਿਨ ਅੰਬੈਸੀ ਨੂੰ ਲੱਗੇ ਕਿ ਜਾਇਜ਼ ਮੈਰਿਜ ਨਹੀਂ ਹੈਗੀ, ਅਤੇ 5 ਸਾਲ ਵਾਸਤੇ ਬੈਨ ਵੀ ਕਰ ਸਕਦੇ ਨੇ। ਅੰਬੈਸੀ ਜਿਹੜੀ ਹੈ ਡਿਸੀਜਨ ਕਰ ਸਕਦੀ ਹੈ, 5 ਸਾਲ ਵਾਸਤੇ ਬੈਨ ਕਰ ਦਿੰਦੇ ਨੇ ਸਪਾਊਸ ਦੀ ਇੱਥੋਂ ਇੰਡੀਆ ਤੋਂ ਜਾਣ ਵਾਲੇ ਸਪਾਊਸ ਨੂੰ, ਕਿਉਂਕਿ ਇੰਡੀਆ ਤੋਂ ਜਾਣ ਵਾਲੇ ਸਪਾਊਸ ਦੀ ਐਪਲੀਕੇਸ਼ਨ ਲੱਗੀ ਹੁੰਦੀ ਹੈ। ਉਸ ਨੂੰ ਜਿਹੜੀ ਹੈ ਸੈਕਸ਼ਨ A40 ਜਿਹੜਾ ਇਰਪਾ ਜਿਹੜਾ ਹੈ, ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨ 40 ਦੇ ਅੰਡਰ ਉਸ ਨੂੰ 5 ਸਾਲ ਦਾ ਬੈਨ। ਸੋ ਬੜੇ ਧਿਆਨ ਨਾਲ ਆਪਣੀ ਤਿਆਰੀ ਰੱਖਣੀ ਹੈ। ਇੱਕ ਸਪਾਊਸ ਨੂੰ, ਇੱਥੋਂ ਜਾਣ ਵਾਲੇ ਸਪਾਊਸ ਨੂੰ, ਇਸ ਕਰਕੇ ਗੱਲ ਕਰਦੇ ਪਏ ਹਾਂ, ਰੀਸੈਂਟਲੀ ਕਾਫੀ ਸਾਰੇ ਸਪਾਊਸ ਕੇਸਿਸ ਦੀ ਇੰਟਰਵਿਊਜ਼ ਆਈਆਂ। ਸੋ ਇੱਥੋਂ ਜਿਹੜੇ ਜਾਣ ਵਾਲਾ ਸਪਾਊਸ ਹੈ, ਉਸ ਨੂੰ ਆਪਣੇ ਸਪਾਊਸ ਦੀ, ਕੈਨੇਡਾ ਵਾਲੇ ਸਪਾਊਸ ਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਰੈਜ਼ੀਡੈਂਸ ਕਿੱਥੇ ਰਹਿੰਦੇ ਹੈਗੇ ਆ, ਉਹ ਸਪਾਊਸ ਕਿੱਥੇ ਰਹਿੰਦਾ ਹੈਗਾ, ਕਿੱਥੇ ਜੋਬ ਕਰਦਾ ਹੈਗਾ, ਕੰਪਨੀ ਦਾ ਨਾਂ, ਤਨਖਾਹ ਕਿੰਨੀ ਹੈਗੀ ਹੈ, ਕਿੰਨੇ ਚਿਰ ਤੋਂ ਜੋਬ ਕਰਦਾ ਪਿਆ ਹੈ, ਕੀ ਜੋਬ ਟਾਈਟਲ ਹੈਗਾ, ਰੈਜ਼ੀਡੈਂਸ ਦਾ ਐਡਰੈਸ, ਅਤੇ ਕਿੱਥੇ ਕਿੱਥੇ ਉਹ ਜਾਂਦੇ ਨੇ। ਇਹ ਕਿਉਂਕਿ ਨੈਚੁਰਲੀ ਅੰਬੈਸੀ ਐਕਸਪੈਕਟ ਕਿ ਜੇ ਰੋਜ਼ ਗੱਲਬਾਤ ਹੁੰਦੀ ਹੈ ਤਾਂ ਉਸ ਦੀ ਹਰ ਐਕਟੀਵਿਟੀ ਸਪਾਊਸ ਦੀ ਤੁਹਾਨੂੰ ਪਤਾ ਹੋਵੇ। ਔਰ ਅਗੇਨ ਕਿ ਐਪਰੀਹੈਂਸਿਵ ਹੁੰਦੇ ਨੇ ਸਪਾਊਸ ਕਿ ਜਾਣਾ ਹੈ, ਛੇਤੀ ਫਟਾਫਟ ਕੈਨੇਡਾ ਜਾਣਾ ਹੈ, ਲੇਕਿਨ ਇਸ ਗੱਲ ਦਾ ਧਿਆਨ ਨਹੀਂ ਰੱਖਦੇ ਕਿ ਚੈਟ ਦੀ ਹਿਸਟਰੀ ਰੱਖਣੀ ਹੈਗੀ ਹੈ, ਪ੍ਰੋਪਰ ਸੇਵ ਕਰਕੇ, ਆਪਣਾ ਖਿਆਲ ਉਹਨੂੰ ਸੇਵ ਕਰਕੇ ਰੱਖੀਏ। ਔਰ ਰੀਸੈਂਟਲੀ ਮੇਰੀ ਨਿਗਾਹ ਵਿੱਚ ਆਇਆ ਕਿ ਕੁਛ ਜਿਹੜੀ ਇੰਟਰਵਿਊ ਹੋਈ ਗੱਲਬਾਤ, ਅਤੇ ਉਹਦੇ 'ਚ ਪਿਛਲੇ ਟਾਈਮ ਦੀ ਚੈਟ ਹਿਸਟਰੀ ਹੈ ਹੀ ਨਹੀਂ ਸੀਗੀ, ਕਹਿੰਦੇ ਡਿਲੀਟ ਹੋ ਗਈ। ਸੋ ਅੰਬੈਸੀ ਨੂੰ ਅਗਰ ਨਹੀਂ ਦੇਵਾਂਗੇ ਤਾਂ ਫਿਰ ਵੀਜ਼ਾ ਨਹੀਂ ਲੱਗਣਾ, ਰਿਫਿਊਜ਼ ਹੋਏਗਾ। ਸੋ ਕਈ ਤਰ੍ਹਾਂ ਦੀ ਰਿਸਟ੍ਰਿਕਸ਼ਨਸ ਗਵਰਨਮੈਂਟ ਵੱਲੋਂ, ਆਈਲੈਟਸ ਕਲਾਸਿਸ, ਕੋਚਿੰਗ ਸੈਂਟਰਸ ਰੀਸੈਂਟਲੀ ਬੰਦ ਸੀਗੇ, ਜਿਮਸ ਬੰਦ ਸੀਗੇ ਰੀਸੈਂਟਲੀ, ਅਤੇ ਹੁਣ ਤੱਕ ਖੁੱਲ੍ਹ ਗਏ ਨੇ। ਲੇਕਿਨ
ਜਿਨ੍ਹਾਂ ਨੇ ਆਈਲੈਟਸ ਕਰਨੀ ਆਨਲਾਈਨ ਕਲਾਸਿਸ ਲਾ ਕੇ ਜਾਂ ਜਦੋਂ ਖੁੱਲ੍ਹ ਜਾਣਗੇ ਅੱਛੀ ਤਰ੍ਹਾਂ ਤਿਆਰੀ ਕਰਕੇ ਆਈਲੈਟਸ ਦੇ ਚੰਗੇ ਸਕੋਰ ਲਿਆ ਕੇ, ਜਿਸ ਤਰ੍ਹਾਂ ਮੈਂ ਦੱਸਿਆ। ਔਰ ਇਸ ਗੱਲ ਦਾ ਵੀ ਧਿਆਨ ਰੱਖਣਾ ਹੈਗਾ ਕਿ ਉੱਥੇ ਹੀ ਅਪਲਾਈ ਕਰਨਾ ਜਿੱਥੇ ਜਿਹੜੇ ਕਾਲਜ ਦੇ ਵਿੱਚ ਪੜ੍ਹਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਜਾਏਗਾ। ਇਹ ਲਿਸਟ ਜਿਹੜੀ ਹੈ ਕਿਹੜੇ ਕਾਲਜ 'ਚ ਪੜ੍ਹਨ ਤੋਂ ਬਾਅਦ ਮਿਲੇਗਾ ਵਰਕ ਪਰਮਿਟ, ਕਿਹੜੇ 'ਚ ਨਹੀਂ ਮਿਲੇਗਾ, ਇਹ ਅੰਬੈਸੀ ਦੀ ਵੈਬਸਾਈਟ 'ਤੇ ਦਿੱਤੀ ਹੋਈ ਹੈਗੀ ਹੈ। ਗੂਗਲ ਦੇ ਉੱਪਰ ਲਿਖਣਾ DLI ਲਿਸਟ ਕੈਨੇਡਾ, ਲੇਕਿਨ DLI ਜਿਹੜੇ ਨੇ ਡੈਜਿਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਦਾ ਮਤਲਬ ਉਹਨਾਂ ਨੂੰ ਇੰਟਰਨੈਸ਼ਨਲ ਸਟੂਡੈਂਟ ਲੈਣ ਦੀ ਪਰਮਿਸ਼ਨ ਹੈਗੀ ਹੈ। ਲੇਕਿਨ ਸਾਰੇ DLI ਜਿਹੜੇ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਐਲੀਜੀਬਲ ਨਹੀਂ ਹੁੰਦੇ। 10 ਵਿੱਚੋਂ 2 ਹੀ ਹੁੰਦੇ ਨੇ, 8 ਨਹੀਂ ਹੁੰਦੇ। ਪਾਇਨੀਅਰ ਇਮੀਗ੍ਰੇਸ਼ਨ ਤਾਂ ਅਸੀਂ ਕਦੇ ਵੀ ਕਿਸੇ ਨੂੰ ਵੀ ਇਹੋ ਜਿਹਾ ਕੋਈ ਵੀ ਕਾਲਜ ਨਹੀਂ ਦੱਸਦੇ, ਐਡਵਾਈਜ਼ ਨਹੀਂ ਕਰਦੇ ਜਿੱਥੇ ਪੜ੍ਹ ਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਾ ਮਿਲੇ, ਕਿਉਂਕਿ ਉਹਦਾ ਬੱਚਿਆਂ ਵਾਸਤੇ ਬਹੁਤ ਖਤਰੇ ਵਾਲਾ ਕੰਮ ਹੈਗਾ। ਲੇਕਿਨ ਬੜੇ ਸਾਰੇ ਕੰਸਲਟੈਂਟ ਇਸ ਤਰ੍ਹਾਂ ਐਡਵਾਈਜ਼ ਕਰ ਦਿੰਦੇ ਨੇ, ਸਟੂਡੈਂਟਸ ਧਿਆਨ ਰੱਖਣ, ਪੇਰੈਂਟਸ ਧਿਆਨ ਰੱਖਣ। ਔਰ ਖ਼ਾਸ ਤੌਰ 'ਤੇ ਕੁਛ ਨਿਸ਼ਾਨੀਆਂ ਹੁੰਦੀਆਂ ਨੇ। ਮੈਂ ਸਮਝਦਾ ਕਿ ਆਫਟਰ ਵੀਜ਼ਾ ਫੀਸ ਹੈਗੀ ਹੈ ਜਾਂ ਪੈਕੇਜ ਹੈਗੇ ਨੇ, ਇਹ ਸਾਰਾ ਜਿਹੜਾ ਹੈ ਖਤਰੇ ਵਾਲਾ ਕੰਮ ਹੈਗਾ। ਇਹ ਤੁਸੀਂ ਇਹ ਉਹੀ ਕਾਲਜ ਜ਼ਿਆਦਾਤਰ ਅਲਾਓ ਕਰਦੇ ਨੇ ਜਿੱਥੇ ਪੜ੍ਹਨ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਹੈਗਾ। ਆਪਣੇ ਅਕਾਊਂਟ ਤੋਂ ਸਿੱਧਾ ਕਾਲਜ ਦੇ ਅਕਾਊਂਟ ਵਿੱਚ GIC ਅਮਾਊਂਟ ਜਿਹੜਾ ਕੈਨੇਡੀਅਨ ਬੈਂਕ, ਸਕੋਸ਼ੀਆ ਬੈਂਕ, ICICI ਬੈਂਕ ਦੇ ਵਿੱਚ ਜਿੱਥੇ ਵੀ ਆਪਾਂ GIC ਅਕਾਊਂਟ ਖੋਲ੍ਹਣਾ ਹੈਗਾ, ਆਪਣੇ ਬੈਂਕ ਅਕਾਊਂਟ ਤੋਂ ਸਿੱਧੇ ਟਰਾਂਸਫਰ ਕਰਨੇ ਹੈਗੇ। ਕਿਸੇ ਕੰਸਲਟੈਂਟ ਨੂੰ ਚੈੱਕ, ਬੈਂਕ ਡਰਾਫਟ, ਕੈਸ਼ ਜਾਂ ਬੈਂਕ ਟਰਾਂਸਫਰ ਰਾਹੀਂ ਨਹੀਂ ਦੇਣੇ, ਖਿਆਲ ਰੱਖਣਾ ਹੈਗਾ। ਇਸ ਵਕਤ ਜਨਵਰੀ ਇਨਟੇਕ ਦੀਆਂ ਕਲਾਸਾਂ ਜ਼ਿਆਦਾਤਰ ਸ਼ੁਰੂ ਹੋ ਚੁੱਕੀਆਂ ਨੇ। ਜਿਨ੍ਹਾਂ ਦੇ ਰਿਜ਼ਲਟਸ ਪੈਂਡਿੰਗ ਨੇ ਉਹਨਾਂ ਨੂੰ ਬੜੇ ਖਾਸ ਤੌਰ 'ਤੇ ਧਿਆਨ ਦੇਣ ਦੀ ਲੋੜ ਸੀਗੀ। ਹਮੇਸ਼ਾ ਹਰ ਲਾਈਵ ਸੈਸ਼ਨ 'ਤੇ ਮੈਂ ਐਡਵਾਈਜ਼ ਕਰਦਾ ਆਇਆ ਹੈਗਾ ਕਿ ਉਹਨਾਂ ਨੂੰ ਆਪਣੀ ਜਿਹੜੀ ਕਾਲਜ ਦੀ ਐਪ ਹੈਗੀ ਆ ਉੱਥੋਂ ਮੈਸੇਜ ਆਉਂਦੇ ਨੇ, ਈਮੇਲ ਜਿਹੜੀ ਦਿੱਤੀ ਹੋਈ ਕਾਲਜ ਨੂੰ ਉੱਥੋਂ ਈਮੇਲਸ ਆਉਂਦੀਆਂ ਨੇ ਕਿ ਕਿਆ ਤੁਹਾਡਾ ਕਾਲਜ ਅਲਾਓ ਕਰੇਗਾ ਆਨਲਾਈਨ ਕਲਾਸਿਸ। 31 ਅਗਸਤ 2022 ਤੱਕ ਕੈਨੇਡਾ ਅੰਬੈਸੀ ਨੇ ਆਨਲਾਈਨ ਕਲਾਸਿਸ ਅਲਾਓ ਕੀਤੀਆਂ ਹੋਈਆਂ ਹੈਗੀਆਂ। ਤੁਸੀਂ ਕੈਨੇਡਾ ਤੋਂ ਬਾਹਰ ਬੈਠ ਕੇ ਜਾਂ ਕੈਨੇਡਾ ਦੇ ਅੰਦਰ ਬੈਠ ਕੇ ਆਨਲਾਈਨ ਕਲਾਸਿਸ ਸਟੂਡੈਂਟਸ ਲਾ ਸਕਦੇ ਨੇ। ਉਹਨਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿੱਤਾ ਜਾਏਗਾ, ਕੋਈ ਪ੍ਰੋਬਲਮ ਨਹੀਂ ਹੈਗੀ। ਪੂਰੇ ਦਾ ਪੂਰਾ ਕੋਰਸ ਵੀ ਅਗਰ ਆਨਲਾਈਨ ਹੋ ਜਾਏਗਾ ਤਦ ਵੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਐਲੀਜੀਬਲ ਹੈਗੇ ਨੇ, ਕੋਈ ਟੈਨਸ਼ਨ ਦਿੱਕਤ ਨਹੀਂ ਹੈਗੀ। ਲੇਕਿਨ ਜੇ ਤੁਹਾਡਾ ਰਿਜ਼ਲਟ ਨਹੀਂ ਆਇਆ, ਵੀਜ਼ਾ ਹਾਲੇ ਨਹੀਂ ਆਇਆ, ਇਨ ਪ੍ਰੋਸੈਸ ਹੈ ਫਾਈਲ ਤੁਹਾਡੀ ਹੈ, ਕਿਉਂਕਿ ਇਸ ਵਕਤ ਵੀ 3 ਤੋਂ 3.5 ਮਹੀਨੇ ਅੰਬੈਸੀ ਲੈਂਦੀ ਪਈ ਆ ਪ੍ਰੋਸੈਸਿੰਗ ਟਾਈਮ। ਹਾਲਾਂਕਿ ਅਗੇਨ ਅੰਬੈਸੀ ਦੀ ਵੈਬਸਾਈਟ 'ਤੇ 20 ਡੇਜ਼ ਲਿਖਿਆ ਹੋਇਆ ਹੈਗਾ। ਜ਼ਿਆਦਾ ਪ੍ਰੋਸੈਸਿੰਗ ਟਾਈਮ ਹੈਗਾ, ਲੰਬਾ ਪ੍ਰੋਸੈਸਿੰਗ ਟਾਈਮ ਚੱਲਦਾ ਪਿਆ ਹੈਗਾ। ਔਰ ਇਹ ਚੀਜ਼ ਜਿਹੜੀ ਹੈਗੀ ਹੈ ਇਹ ਸਾਡੇ ਕੰਟਰੋਲ ਤੋਂ ਬਾਹਰ ਵੀ ਹੈਗੀ ਹੈ। ਕਿਸੇ ਵੀ ਜਿਹੜਾ ਕੰਸਲਟੈਂਟ, ਇਮੀਗ੍ਰੇਸ਼ਨ ਕੰਸਲਟੈਂਟ ਹੈਗਾ, ਉਸ ਦੇ ਹੱਥ ਦੇ ਵਿੱਚ ਇੰਨਾ ਤਾਂ ਹੈਗਾ ਕਿ ਸਹੀ ਕਾਲਜ ਦੇ ਵਿੱਚ, ਅੱਛੇ ਕੋਰਸ ਦੇ ਵਿੱਚ ਰੈਲੇਵੈਂਟ ਪ੍ਰੋਗਰਾਮ ਹੋਵੇ, ਕੈਰੀਅਰ ਓਰੀਐਂਟਡ ਪ੍ਰੋਗਰਾਮ ਹੋਵੇ, ਉਸ ਦੇ ਵਿੱਚ ਐਡਮਿਸ਼ਨ ਕਰਾ ਕੇ ਅਤੇ ਓਨੈਸਟੀ ਦੇ ਨਾਲ, ਟਰਾਂਸਪੇਰੈਂਸੀ ਦੇ ਨਾਲ ਤੁਹਾਨੂੰ ਪਤਾ ਹੋਵੇ ਕਿਹੜੇ ਕਿਹੜੇ ਕਾਗਜ਼ ਲੱਗੇ ਨੇ, ਤੁਹਾਨੂੰ ਫਾਰਮ ਤੁਸੀਂ ਚੈੱਕ ਕੀਤੇ ਹੋਣ ਆਪ, ਅਤੇ ਉਹ ਸਾਰਾ ਅੰਬੈਸੀ ਦੇ ਵਿੱਚ ਜਲਦੀ ਫਾਈਲ ਟਾਈਮ ਸਿਰ ਲਾ ਦੇਵੇ। ਲੇਕਿਨ ਅੰਬੈਸੀ ਫਿਰ ਕਿੰਨਾ ਟਾਈਮ ਲੈਂਦੀ ਹੈ ਇਹ ਸਾਡੇ ਕੰਟਰੋਲ ਤੋਂ ਬਾਹਰ ਹੈਗਾ। ਔਰ ਜਿਨ੍ਹਾਂ ਦੀ ਹਾਲੇ ਪ੍ਰੋਸੈਸਿੰਗ ਦੇ ਵਿੱਚ ਹੈਗੀ ਹੈ ਉਹਨਾਂ ਦਾ ਕਾਲਜ, ਅਲੱਗ-ਅਲੱਗ ਕਾਲਜਿਸ ਦੇ ਅਲੱਗ-ਅਲੱਗ ਰੂਲਸ, ਕਿਆ ਉਹਨਾਂ ਦਾ ਕਾਲਜ ਅਲਾਓ ਕਰਦਾ ਹੈਗਾ ਕਿ ਪੋਸਟ ਜਿਹੜਾ ਹੈਗਾ ਆਨਲਾਈਨ ਕਲਾਸਿਸ, ਔਰ ਅਗਰ ਅਲਾਓ ਕਰਦਾ ਹੈਗਾ ਤਾਂ ਕੀ ਉਹਨਾਂ ਦੀ ਰਿਫੰਡ ਪੋਲਿਸੀ ਕੀ ਹੈ, ਡੈਫਰਮੈਂਟ ਡੈਡਲਾਈਨਸ, ਡੈਫਰਮੈਂਟ ਪੋਲਿਸੀ ਕੀ ਹੈਗੀ, ਕਿਆ ਉਹ ਕਦੋਂ, ਅਲੱਗ-ਅਲੱਗ ਕਾਲਜ ਦੀ ਅਲੱਗ-ਅਲੱਗ ਡੇਟਸ, ਡੈਡਲਾਈਨਸ ਕਿ ਇੰਨੀ ਤਰੀਕ ਤੱਕ ਅਗਰ ਰਿਫਿਊਜ਼ਲ ਆ ਗਈ, ਕਿਉਂਕਿ 10 ਵਿੱਚੋਂ 2 ਰਿਫਿਊਜ਼ਲਸ ਤਾਂ ਆਉਣੀਆਂ ਹੀ ਨੇ। ਲੋ ਮਾਰਕਸ, ਲੰਬਾ ਗੈਪ ਜ਼ਿਆਦਾ ਹੋ ਜੇ, ਗੈਪ ਜਾਂ ਮਾਰਕਸ ਘੱਟ ਹੋਣ, ਅਤੇ ਫਿਰ ਕਈ ਤਰ੍ਹਾਂ ਦੇ ਬੈਕਲੋਗਸ ਜ਼ਿਆਦਾ ਹੋਣ, ਕਈ ਤਰ੍ਹਾਂ ਦੇ ਕਾਰਨਾਂ ਕਰਕੇ ਕੇਸਿਸ ਵੀਕ ਹੁੰਦੇ ਨੇ ਅਤੇ ਲੀਨੀਅੰਟ ਵੀਜ਼ਾ ਆਫਿਸਰ ਵੀਜ਼ਾ ਦੇ ਦਿੰਦੇ ਹੈ। ਸਟ੍ਰਿਕਟ ਵੀਜ਼ਾ ਆਫਿਸਰ ਰਿਫਿਊਜ਼ ਕਰ ਦਿੰਦੇ ਆ, ਓਬਜੈਕਸ਼ਨ ਲਾ ਦਿੰਦੇ ਆ। ਔਰ ਕਈ ਵਾਰੀ ਰਿਫਿਊਜ਼ ਹੋਣ ਦੇ ਬਾਵਜੂਦ ਸਾਡੇ ਬੜੇ ਸਾਰੇ ਕੇਸਿਸ ਅਸੀਂ ਦੁਬਾਰਾ ਰੀਸਬਮਿਟ ਕਰਦੇ ਹਾਂ, ਦੁਬਾਰਾ ਫਾਈਲ ਲਗਾਉਂਦੇ ਹਾਂ ਔਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ SOP ਵਗੈਰਾ ਦੇ ਵਿੱਚ ਲਿਖ ਕੇ ਅੰਬੈਸੀ ਨੂੰ, ਅਤੇ
ਅਗੇਨ ਦੂਜੇ ਵੀਜ਼ਾ ਅਫਸਰ ਕੋਲ ਜਾਂਦੀ ਹੈ ਤੇ ਅਗੇਨ ਲੀਨੀਅੰਟ ਵੀਜ਼ਾ ਅਫਸਰ ਹੁੰਦਾ ਦੇ ਦਿੰਦਾ। ਬਹੁਤ ਸਾਰੇ ਰਿਫਿਊਜ਼ਡ ਕੇਸਿਸ ਦੇ ਵੀਜ਼ੇ ਆਉਂਦੇ, ਕੋਈ ਡਰਨ ਦੀ ਜ਼ਰੂਰਤ ਨਹੀਂ ਹੈਗੀ। ਲੇਕਿਨ ਇਹ ਸਾਰੀਆਂ ਜਿਹੜੀਆਂ ਜਿਨ੍ਹਾਂ ਦਾ ਹਲੇ ਪੈਂਡਿੰਗ ਹੈਗਾ ਉਹਨਾਂ ਦਾ ਅਗਰ ਜਿਹੜੇ 10 ਚੋਂ 2 ਰਿਫਿਊਜ਼ ਹੋਣਗੇ, ਲੇਕਿਨ ਉਹਨਾਂ ਦਾ ਕਾਲਜ ਜਿਹੜਾ ਹੈਗਾ ਉਹ ਕਿੰਨੀ ਤਰੀਕ ਤੱਕ ਤੁਸੀਂ ਆਪਣੀ ਰਿਫਿਊਜ਼ਲ ਅਗਰ ਹੋ ਜਾਏ ਤੇ ਉਹ ਪੂਰੇ ਪੈਸੇ ਵਾਪਸ ਕਰ ਦੇਗਾ। ਸੇਫ ਕਾਲਜ ਹੈ ਜਾਂ ਅਨਸੇਫ ਕਾਲਜ ਹੈ ਇਹ ਦੇਖਣਾ ਪਏਗਾ। ਲੇਕਿਨ ਕਈ ਕਾਲਜਿਸ ਜਿਸ ਤਰ੍ਹਾਂ ਸੈਨਿਕਾ ਕਾਲਜ ਨੂੰ ਅਸੀਂ ਡੈਫਰਮੈਂਟ ਦੀ ਰਿਕੁਐਸਟ ਪਾਈ ਕੁਝ ਸਟੂਡੈਂਟਸ ਦੀ, ਅਤੇ ਉਹਨਾਂ ਨੇ ਕਿਹਾ ਕਿ ਹੋ ਸਕਦਾ ਹੈ ਅਸੀਂ ਮਈ ਵਿੱਚ ਵੀ ਨਾ ਦਈਏ, ਸਤੰਬਰ ਵਿੱਚ ਵੀ ਨਾ ਦਈਏ, ਫੁੱਲ ਚੱਲਦੇ ਪਏ ਨੇ ਕੋਰਸਿਸ, ਔਰ ਹੋ ਸਕਦਾ ਜਨਵਰੀ 23 ਦੀ ਜੇ ਅਸੀਂ ਦਈਏ ਡੈਫਰਮੈਂਟ। ਸੋ ਜਨਵਰੀ 22 ਵਾਲਾ ਜਨਵਰੀ 23 ਦੇ ਵਿੱਚ 1 ਸਾਲ ਬਾਅਦ ਕਿਵੇਂ ਪੜ੍ਹਨ ਜਾਏਗਾ? ਇਹ ਤਾਂ ਬੜਾ ਡਿਫੀਕਲਟ ਹੈਗਾ ਸਟੂਡੈਂਟ ਵਾਸਤੇ। ਅਸੀਂ ਆਪਣੇ ਸਟੂਡੈਂਟਸ ਆਪਣੇ ਕਲਾਇੰਟਸ ਦੀ ਪਰੇਸ਼ਾਨੀਆਂ ਤੋਂ ਹਮੇਸ਼ਾ ਵਾਕਫ ਹੁੰਦੇ ਹਾਂ, ਧਿਆਨ ਰੱਖਦੇ ਹਾਂ, ਸਾਡੇ ਵੱਲੋਂ ਕੋਈ ਕਸਰ ਨਹੀਂ ਹੁੰਦੀ, ਪੂਰਾ ਧਿਆਨ ਰੱਖ ਕੇ। ਲੇਕਿਨ ਇਹ ਜਿੰਨਾ ਕਾਲਜਿਸ ਦੀ ਪੋਲਿਸੀਜ਼ ਨੂੰ ਆਪਾਂ ਨੂੰ ਮੰਨਣਾ ਪੈਂਦਾ ਹੈਗਾ, ਉਸ ਦੇ ਹਿਸਾਬ ਦੇ ਨਾਲ ਆਪਾਂ ਨੂੰ ਡਿਸੀਜ਼ਨ ਲੈਣੇ ਪੈਂਦੇ ਹੈਗੇ ਆ। ਅਗਰ ਇਸ ਤਰ੍ਹਾਂ ਦਾ ਕਾਲਜ ਹੈਗਾ ਕਿ ਲੰਬੀ ਹਲੇ ਡੈਫਰਮੈਂਟ ਮਿਲੇਗੀ ਤੇ ਆਨਲਾਈਨ ਕਲਾਸਿਸ ਆਪਾਂ ਲਾ ਸਕਦੇ ਹਾਂ। ਕਈ ਜ਼ਿਆਦਾਤਰ ਕਾਲਜਿਸ ਨੇ ਕੀ ਕੀਤਾ ਕਿ ਜਨਵਰੀ ਦੀਆਂ ਕਲਾਸਾਂ ਨੇ ਤੇ ਅਪ੍ਰੈਲ ਐਂਡ ਤੱਕ ਸਮੈਸਟਰ ਖਤਮ ਹੋਏਗਾ, ਤੇ ਉਹ ਸਮੈਸਟਰ ਅਪ੍ਰੈਲ ਐਂਡ ਤੱਕ ਅਗਰ ਆਪਾਂ ਨੂੰ ਰਿਫਿਊਜ਼ ਹੋ ਜਾਂਦਾ ਤੇ ਆਪਣੇ ਪੂਰੇ ਪੈਸੇ ਵਾਪਸ ਦੇ ਦੇਣਗੇ, ਉਸ ਤੋਂ ਬਾਅਦ ਆਪਣੇ ਪੈਸੇ ਨਹੀਂ ਦੇਣਗੇ। ਸੋ ਅਸੀਂ ਐਡਵਾਈਸ ਤਾਂ ਨਹੀਂ ਕਰਨਾ ਚਾਹੁੰਦੇ ਕਿ ਇਸ ਤਰ੍ਹਾਂ ਦੇ ਕਾਲਜਿਸ ਦੀ ਆਨਲਾਈਨ ਕਲਾਸਾਂ ਲਾਈਆਂ ਜਾਣ, ਕਿਉਂਕਿ 10-20 ਕੇਸਾਂ 'ਚੋਂ ਇੱਕ ਅੱਧਾ ਵੀ ਲਟਕ ਗਿਆ ਅਗਰ ਅਪ੍ਰੈਲ ਤੋਂ ਬਾਅਦ ਉਹਦੀ ਰਿਫਿਊਜ਼ਲ ਆਈ, ਤੇ ਫਿਰ ਉਹਨਾਂ ਦੇ ਫੀਸ ਦੀ ਰਿਸਕ ਹੋ ਜਾਏਗਾ। ਔਰ ਨੈਚੁਰਲੀ ਕਿ ਉਹ ਰਿਸਕ ਜਿਹੜਾ ਹੈ ਕੋਈ ਵੀ ਕੰਸਲਟੈਂਟ ਤਾਂ ਨਹੀਂ ਲਏਗਾ, ਕੰਸਲਟੈਂਟ ਦੇ ਸਿਰ ਦੇ ਉੱਪਰ ਜਾਂ ਮਤਲਬ ਜੇ ਕੰਸਲਟੈਂਟ ਦੀ ਜ਼ਿੰਮੇਵਾਰੀ ਨਹੀਂ ਹੈ ਉਸ ਰਿਸਕ ਦੀ। ਉਹ ਰਿਸਕ ਲੈਣਾ ਹੈ ਜਾਂ ਨਹੀਂ ਲੈਣਾ ਇਹ ਸਟੂਡੈਂਟਸ ਨੇ ਡਿਸਾਈਡ ਕਰਨਾ ਹੈਗਾ। ਲੇਕਿਨ ਵਹੀ ਐਡਵਾਈਸ ਕਿ ਅਗਰ ਡੈਫਰਮੈਂਟ ਮਈ ਦੀ ਮਿਲਦੀ ਵੀ ਹੈ ਫਿਰ ਤਾਂ ਨਾ ਇਹੋ ਜਿਹੇ ਕਾਲਜ ਨੂੰ ਅਟੈਂਡ ਕੀਤਾ ਜਾਵੇ, ਮਈ ਦੀ ਡੈਫਰਮੈਂਟ ਲੈ ਲਈਏ। ਸਤੰਬਰ ਦੀ ਮਿਲਦੀ ਪਈ ਹੈ ਫਿਰ ਵੀ 8 ਮਹੀਨੇ ਹੈਗੇ, ਚਲੋ ਕੋਈ ਗੱਲ ਨਹੀਂ। ਜੇ ਆਪਾਂ ਨੂੰ ਰਿਸਕ ਨਜ਼ਰ ਆਉਂਦਾ ਵੀ ਸਤੰਬਰ ਦੀ ਵੀ ਨਹੀਂ ਮਿਲਣੀ, ਫਿਰ ਆਪਾਂ ਨੂੰ ਆਨਲਾਈਨ ਕਲਾਸਿਸ ਲਾ ਲੈਣੀਆਂ ਚਾਹੀਦੀਆਂ ਹੈਗੀਆਂ। ਰਿਸਕ ਲੈ ਲੈਣਾ ਚਾਹੀਦਾ ਹੈਗਾ, ਕਿਉਂਕਿ ਪਹਿਲੀ ਗੱਲ ਤਾਂ ਰਿਫਿਊਜ਼ਲ ਦੇ ਚਾਂਸ ਘੱਟ ਹੁੰਦੇ ਨੇ, 10 ਚੋਂ 1-2 ਕੇਸ ਹੀ ਰਿਫਿਊਜ਼ ਹੁੰਦੇ ਨੇ। ਦੂਜੀ ਗੱਲ ਕਿ ਰਿਫਿਊਜ਼ ਹੋਇਆ ਵੀ ਅਪ੍ਰੈਲ ਐਂਡ ਤੋਂ ਪਹਿਲਾਂ ਰਿਫਿਊਜ਼ ਹੋ ਗਿਆ ਤੇ ਆਪਣੀ ਫੀਸ ਵਾਪਸ ਹੋ ਜਾਣੀ ਹੈ। ਸੋ ਇਹ ਸਾਰੀ ਜਿਹੜੀ ਹੈਗੀਆਂ ਕਾਲਜ ਦੀਆਂ ਡੈਫਰਮੈਂਟ ਡੈਡਲਾਈਨਸ ਪੋਲਿਸੀਜ਼ ਸਾਰੀ ਵੈਬਸਾਈਟ 'ਤੇ ਹੁੰਦੀਆਂ ਨੇ ਕਾਲਜ ਦੀਆਂ। ਸਟੂਡੈਂਟਸ ਦੀ ਈਮੇਲਸ ਧਿਆਨ ਰੱਖਣ, ਸਟੂਡੈਂਟਸ ਵੈਸੇ ਵੀ ਪੂਰੇ ਅਲਰਟ ਰਹਿਣ ਜਦੋਂ ਅਪਲਾਈ ਕਰਦੇ ਨੇ ਕਿਸੇ ਕਾਲਜ ਦੇ ਵਿੱਚ। ਕਾਲਜ ਦਾ ਕਿਹੜਾ ਕੈਂਪਸ ਹੈਗਾ, ਕਿਹੜੇ ਸਿਟੀ ਦੇ ਵਿੱਚ ਉਸ ਦਾ ਕਿਹੜਾ ਕੈਂਪਸ ਹੈਗਾ, ਤੁਹਾਡਾ ਕੋਰਸ ਕਿਹੜੇ ਕੈਂਪਸ ਦੇ ਵਿੱਚ ਹੈਗਾ, ਫੀਸ ਕਿੰਨੀ ਹੈਗੀ ਹੈ, ਸਮੈਸਟਰ ਕਿੰਨੇ ਹੈਗੇ ਹੈ, ਇਹ ਕਾਫੀ ਸਾਰੀ ਇਨਫੋਰਮੇਸ਼ਨ ਦੀ ਲੋੜ ਹੁੰਦੀ ਹੈ। ਕੋਰਸ ਕੰਟੈਂਟ ਵੀ ਵੈਬਸਾਈਟ 'ਤੇ ਜਾ ਕੇ ਦੇਖ ਸਕਦੇ ਆ, ਸਟੂਡੈਂਟਸ ਪੜ੍ਹ ਸਕਦੇ ਨੇ ਵੀ ਕੀ ਪੜ੍ਹਾਈ ਹੋਏਗੀ ਉਹਨਾਂ ਦੀ। ਸੋ ਇਹ ਸਾਰੀ ਜਿਹੜੀ ਹੈ ਅਲਰਟ ਰਹਿਣ। ਔਰ ਕਈ ਵਾਰੀ ਛੋਟੀ ਜਿਹੀ ਗੱਲ ਤੁਹਾਨੂੰ ਜਦੋਂ ਨਹੀਂ ਪਤਾ ਕਿ ਤੁਹਾਡੇ ਕਾਲਜ ਦਾ ਤੁਹਾਡਾ ਕੋਰਸ ਜਿਹੜਾ ਹੈਗਾ ਕਿਹੜੇ ਕੈਂਪਸ ਵਿੱਚ ਹੈਗਾ, ਕਈ ਵਾਰੀ ਇਹ ਗਲਤੀ ਲੱਗੀ ਔਰ ਵੀਜ਼ਾ ਤੋਂ ਬਾਅਦ ਕਿਸੇ ਹੋਰ ਕੈਂਪਸ ਵਿੱਚ ਪਹੁੰਚ ਗਏ ਤੇ ਸੋਚਦੇ ਪਏ ਸੀ ਤੁਸੀਂ ਹੋਰ ਕਿਸੇ ਕੈਂਪਸ ਦੇ ਵਿੱਚ, ਤੇ ਤਕਲੀਫ ਹੁੰਦੀ ਹੈ, ਬਾਅਦ ਦੇ ਵਿੱਚ ਦਿੱਕਤ ਆਏਗੀ। ਸੋ ਪੂਰਾ ਧਿਆਨ ਰੱਖੋ। ਸਪਾਊਸ ਵੀਜ਼ਾ ਵਾਸਤੇ ਮੇਰੀ ਖਾਸ ਐਡਵਾਈਸ ਕਿ 2 ਸਾਲ ਦਾ ਹੀ ਕੋਰਸ ਲੈਣਾ ਚਾਹੀਦਾ ਹੈਗਾ। ਵੈਸੇ ਵੀ ਮੈਨੂੰ ਆਮ ਇੱਕ ਕੁਐਸਚਨ ਲੋਕ ਪੁੱਛਦੇ ਨੇ 1 ਸਾਲ ਦਾ ਕੋਰਸ ਲੈ ਕੇ ਜਾਈਏ ਜਾਂ 2 ਸਾਲ ਦਾ ਜਾਂ 3 ਸਾਲ ਦਾ ਜਾਂ 4 ਸਾਲ ਦਾ। ਤੇ ਧਿਆਨ ਦੇਣ ਵਾਲੀ ਗੱਲ ਹੈ 1 ਸਾਲ ਦਾ ਕੋਰਸ ਕਰਨ ਤੋਂ ਬਾਅਦ ਵਰਕ ਪਰਮਿਟ ਅਗਰ ਲੈ ਲਾਂਗੇ ਤਾਂ 1 ਸਾਲ ਦਾ ਮਿਲੇਗਾ, ਇਸ ਤੋਂ ਬਾਅਦ PR ਬੜੀ ਔਖੀ ਹੋਏਗੀ, ਨਹੀਂ ਲੈਣਾ ਚਾਹੀਦਾ। ਜਾਂ 2 ਸਾਲ ਦਾ ਕੋਰਸ ਲੈ ਕੇ ਜਾਈਏ ਜਾਂ 1 ਸਾਲ ਦਾ ਕੋਰਸ ਕਰਨ ਤੋਂ ਬਾਅਦ 1 ਸਾਲ ਦਾ ਹੋਰ ਕੋਰਸ ਕਰ ਲੈਣਾ ਹੈਗਾ, ਸਟੱਡੀ ਪਰਮਿਟ ਐਕਸਟੈਂਸ਼ਨ ਕਰਵਾ ਲੈਣਾ ਹੈਗਾ, ਔਰ 1 ਸਾਲ ਦੇ 2 ਕੋਰਸ ਕਰਨ ਤੋਂ ਬਾਅਦ ਵੀ 3 ਸਾਲ ਦਾ ਵਰਕ ਪਰਮਿਟ ਮਿਲ ਜਾਣਾ ਹੈਗਾ। ਡਿਗਰੀ ਦੇ ਬਜਾਏ ਜ਼ਿਆਦਾਤਰ ਸਟੂਡੈਂਟਸ 2 ਸਾਲ ਦੇ ਕੋਰਸ 'ਚ ਜਾਂਦੇ, 4-4 ਮਹੀਨੇ ਦੇ 4 ਸਮੈਸਟਰ ਹੁੰਦੇ ਨੇ, ਔਰ 16 ਮਹੀਨੇ ਦੀ ਪੜ੍ਹਾਈ ਤੋਂ ਬਾਅਦ 3 ਸਾਲ ਦਾ ਵਰਕ ਪਰਮਿਟ ਹੋ ਜਾਂਦਾ ਹੈ। ਉਸ ਦੇ ਵਿੱਚ ਰੂਲ ਰੈਗੂਲੇਸ਼ਨ ਨੂੰ ਪੂਰਾ ਕਰਦੇ ਹੋਏ PR ਹੁੰਦੀ ਹੈ, ਔਰ PR ਤੋਂ ਬਾਅਦ ਡਿਗਰੀ ਅਗਰ ਕਰਨੀ ਹੋਵੇ ਤੇ ਕ੍ਰੈਡਿਟ ਟ੍ਰਾਂਸਫਰ ਦੇ ਰਾਹੀਂ 2 ਸਾਲ ਦੀ ਡਿਗਰੀ ਰਹਿ ਜਾਂਦੀ ਹੈ, ਔਰ PR ਤੋਂ ਬਾਅਦ ਜਿਹੜੀ ਡਿਗਰੀ ਦੇ 2 ਸਾਲ ਜਿਹੜੀ ਫੀਸ ਹੋਏਗੀ ਉਹ 5ਵਾਂ ਹਿੱਸਾ ਹੋਏਗੀ, ਕਾਫੀ ਘੱਟ ਜਾਂਦੀ ਹੈ।
ਸੋ ਉਸ ਦਾ ਫਾਇਦਾ ਜ਼ਿਆਦਾਤਰ ਸਟੂਡੈਂਟ ਚੱਕਦੇ ਨੇ। ਔਰ ਇਸੇ ਤਰ੍ਹਾਂ ਕਾਫੀ ਛੋਟੀ ਛੋਟੀਆਂ ਗੱਲਾਂ ਜਿਹੜੀਆਂ ਡੂੰਘੇ ਰੂਲਸ ਰੈਗੂਲੇਸ਼ਨਸ ਹੈਗੇ ਨੇ, ਹਰ ਇੱਕ ਕੰਸਲਟੈਂਟ ਨੂੰ ਨਹੀਂ ਪਤਾ ਹੁੰਦਾ। ਆਪ ਵੀ ਧਿਆਨ ਰੱਖੋ ਸਟੂਡੈਂਟਸ, ਔਰ ਚੰਗਾ ਕੰਸਲਟੈਂਟ ਚੁਣਨਾ ਹੈਗਾ, ਤਾਂ ਕਿ ਸਾਡੇ ਕੋਲੇ ਹੁਣ ਬਹੁਤ ਸਾਰੇ ਇਸ ਤਰ੍ਹਾਂ ਦੇ ਇਸ ਜਿਹੜਾ ਚੱਲਦਾ ਪਿਆ ਓਮਿਕਰੋਨ ਜ਼ਿਆਦਾ ਫੈਲਿਆ ਹੈਗਾ, ਔਰ ਫਿਰ ਦੁਬਾਰਾ ਪਾਬੰਦੀਆਂ ਲੱਗ ਗਈਆਂ। ਸੋ ਕੋਵਿਡ-19 ਦੇ ਵਿੱਚ ਜਿਹੜੇ ਖਾਸ ਤੌਰ 'ਤੇ ਔਨਲਾਈਨ ਸਟੱਡੀਜ਼ ਚੱਲਦੀਆਂ ਪਈਆਂ, ਅਲੱਗ-ਅਲੱਗ ਕਾਲਜਿਸ ਦੀ ਅਲੱਗ-ਅਲੱਗ ਪੋਲਿਸੀਜ਼, ਬੜੇ ਸਾਰੇ ਸਟੂਡੈਂਟਸ ਨੂੰ ਕਨਫਿਊਜ਼ਨਸ ਹੁੰਦੀਆਂ ਨੇ, ਔਰ ਉਹ ਆਪਣੇ ਕੰਸਲਟੈਂਟ ਕੋਲ ਜਾਂਦੇ ਨੇ, ਉੱਥੇ ਉਹਨਾਂ ਨੂੰ ਸਮਝ ਨਹੀਂ ਆਉਂਦੀ, ਕੰਸਲਟੈਂਟਸ ਨੂੰ ਗਾਈਡੈਂਸ ਕੋਈ ਨਹੀਂ ਦਿੰਦਾ, ਅਤੇ ਉਹ ਫਿਰ ਸਾਨੂੰ ਕੰਟੈਕਟ ਕਰਦੇ ਨੇ ਕਿ ਹੁਣ ਕੀ ਕਰਾਂ। ਅਤੇ ਸਾਡੇ ਆਪਣੇ ਸਟੂਡੈਂਟਸ ਕਾਫੀ ਹੁੰਦੇ ਨੇ, ਔਰ ਕਾਫੀ ਟਾਈਮ ਲੱਗਦਾ ਹੁੰਦਾ, ਅਤੇ ਉਹਨਾਂ ਨੂੰ ਚਾਹੀਦਾ, ਸਾਡੇ ਆਪਣੇ ਸਟੂਡੈਂਟਸ ਨੂੰ ਸਾਨੂੰ ਕਾਫੀ ਟਾਈਮ ਦੇਣਾ ਪੈਂਦਾ ਹੈਗਾ। ਸੋ ਬੜੀ ਦਿੱਕਤ ਹੁੰਦੀ ਹੈ ਕਿ ਜਿਹੜੇ ਹੋਰ ਸਾਡੀ ਕੰਪਨੀ ਦੇ ਨਹੀਂ ਕਲਾਇੰਟਸ ਹੁੰਦੇ, ਉਹਨਾਂ ਨੂੰ ਗਾਈਡੈਂਸ ਦੇਣ ਦੇ ਵਿੱਚ ਸਾਨੂੰ ਟਾਈਮ ਦੀ ਦਿੱਕਤ ਆਉਂਦੀ ਹੈਗੀ ਹੈ। ਪਹਿਲਾਂ ਹੀ ਆਪਣਾ ਕੰਸਲਟੈਂਟ ਬੜੀ ਸੋਚ ਸਮਝ ਕੇ, ਬੜੇ ਧਿਆਨ ਨਾਲ ਚੂਜ਼ ਕਰਨਾ ਹੈਗਾ। ਖਾਸ ਤੌਰ 'ਤੇ ਸਪਾਊਸ ਵੀਜ਼ਾ 'ਤੇ ਜਿਨ੍ਹਾਂ ਨੇ ਜਾਣਾ ਹੈਗਾ, ਉਹ 2 ਸਾਲ ਦਾ ਹੀ ਕੋਰਸ ਲੈ ਕੇ ਜਾਣ। ਕਈ ਤਰ੍ਹਾਂ ਦੀ ਉਸ ਵਿੱਚ ਕਾਰਨ ਹੈਗੇ ਨੇ। ਔਰ ਸਪਾਊਸ ਵੀਜ਼ਾ ਵਾਲਿਆਂ ਨੂੰ 6 ਮਹੀਨੇ ਪੁਰਾਣੇ, ਜਿਨ੍ਹਾਂ ਨੇ ਸਪਾਊਸ ਵੀਜ਼ਾ 'ਤੇ ਜਾਣ ਦਾ ਇਰਾਦਾ ਜਿਨ੍ਹਾਂ ਦਾ ਹੈਗਾ ਠਹਿਰ ਕੇ ਬਾਅਦ ਦੇ ਵਿੱਚ, ਉਹਨਾਂ ਨੂੰ ਪਹਿਲਾਂ ਤੋਂ ਹੀ ਆਪਣੇ ਜਿਹੜੇ ਫੰਡਸ ਘਰੇ ਰੱਖਣ ਦੇ ਬਜਾਏ ਬੈਂਕ ਦੇ ਵਿੱਚ ਰੱਖਣੇ ਚਾਹੀਦੇ ਨੇ। 6 ਮਹੀਨੇ ਪੁਰਾਣੇ ਫੰਡਸ ਚਾਹੀਦੇ ਨੇ, ਇਨਕਮ ਦੇ ਪ੍ਰੂਫ ਚਾਹੀਦੇ ਨੇ। ਦੇਖਣਾ ਹੁੰਦਾ ਐਮਬੈਸੀ ਨੇ ਕਿ ਜਿਹੜਾ ਸਪਾਊਸ ਹੈ ਇੱਥੇ ਐਸਟੈਬਲਿਸ਼ਡ ਹੈਗਾ, ਠੀਕ ਤਰੀਕੇ ਨਾਲ ਉਹ ਐਸਟੈਬਲਿਸ਼ਡ ਹੈਗਾ, ਔਰ ਖਾਣ ਪੀਣ ਵਾਲਾ ਬੰਦਾ, ਮਤਲਬ ਕਿ ਉਸ ਨੂੰ ਕੋਈ ਪੈਸਿਆਂ ਦੀ ਦਿੱਕਤ ਨਹੀਂ ਹੈਗੀ, ਔਰ ਫਾਈਨੈਂਸ਼ਲੀ ਸਾਊਂਡ ਜਿਹਨੂੰ ਕਹਿੰਦੇ ਹੈਗੇ ਆ, ਉਹ ਹੈਗਾ। ਇਹ ਚੀਜ਼ ਦੇਖਣੀ ਹੁੰਦੀ ਉਹਨਾਂ ਨੇ, ਐਮਬੈਸੀ ਨੇ ਆਪਣੀ ਪਹਿਲਾਂ ਤੋਂ ਹੀ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਹੈ। ਔਰ ਸਪਾਊਸ ਵੀਜ਼ਾ ਵਾਲਿਆਂ ਨੂੰ ਬੜੇ ਧਿਆਨ ਨਾਲ ਫਾਈਲ ਤਿਆਰ ਕਰਨੀ ਹੁੰਦੀ ਹੈ, ਬੜੇ ਸਾਰੇ ਡਾਕੂਮੈਂਟਸ ਦੀ ਲੋੜ ਹੁੰਦੀ ਹੈ, ਪਹਿਲਾਂ ਤੋਂ ਹੀ ਖਿਆਲ ਕਰਕੇ ਫਾਈਲ ਦਾ ਤਿਆਰੀ ਕਰਨੀ ਹੁੰਦੀ ਹੈ। ਆਪਣਾ ਕੰਸਲਟੈਂਟ ਸ਼ੁਰੂ ਤੋਂ ਹੀ, ਜਦੋਂ ਸੋਚ ਲਿਆ ਕਿ ਮੈਂ ਸਪਾਊਸ ਵੀਜ਼ਾ 'ਤੇ ਜਾਣਾ, ਆਪਣਾ ਕੰਸਲਟੈਂਟ ਸ਼ੁਰੂ ਤੋਂ ਹੀ ਛੇਤੀ ਚੁਣ ਲਿਆ, ਔਰ ਫੀਸ ਦੇ ਕੇ ਸਰਵਿਸਿਜ਼ ਹਾਇਰ ਕਰ ਲਈਆਂ, ਤਾਂ ਕਿ ਸ਼ੁਰੂ ਤੋਂ ਹੀ ਕੰਸਲਟੈਂਟ ਤੁਹਾਨੂੰ ਆਪਣੀ ਗਾਈਡੈਂਸ ਦੇ ਨਾਲ ਤੁਹਾਡੀ ਫਾਈਲ ਤਿਆਰ ਕਰ ਸਕੇ। ਕਿਉਂਕਿ ਅਚਾਨਕ ਬਹੁਤ ਸਾਰੇ ਕੇਸਿਸ ਆ ਜਾਂਦੇ ਨੇ ਜੀ, ਹੁਣ ਅਸੀਂ ਸਪਾਊਸ ਵੀਜ਼ਾ ਲਵਾਉਣਾ ਚਾਹੁੰਦੇ ਹਾਂ, ਡਾਕੂਮੈਂਟਸ ਉਹਨਾਂ ਦੇ ਹੁੰਦੇ ਨਹੀਂ, ਉਹਨਾਂ ਕੋਲ ਨਾ ਪੁਰਾਣੇ ਫੰਡਸ, ਨਾ ਇਨਕਮ, ਅਤੇ ਨਾ ਕੋਈ ਹੋਰ ਡਾਕੂਮੈਂਟ, ਸਾਨੂੰ ਬੜੀ ਦਿੱਕਤ ਆਉਂਦੀ ਹੈ। ਔਰ ਇਹੋ ਜਿਹੇ ਕੇਸਿਸ ਦੇ ਰਿਫਿਊਜ਼ਲ ਦੇ ਚਾਂਸ ਹੋਣਗੇ। ਬੜੇ ਸਾਰੇ ਵੀਕ ਕੇਸਿਸ ਜਿਹੜੇ ਨੇ, ਕਿਆ ਸਟੱਡੀ ਵੀਜ਼ਾ ਦੇ, ਕਿਆ ਸਪਾਊਸ ਵੀਜ਼ਾ ਦੇ, ਅਗਰ ਉਹ ਸਹੀ ਨਹੀਂ ਹੈਗੇ, ਅਤੇ ਅਸੀਂ ਬਹੁਤ ਸਾਰੇ ਹੁਣ ਰਿਫਿਊਜ਼ ਕਰ ਦਿੰਦੇ ਹਾਂ, ਨਹੀਂ ਲੈਂਦੇ। ਸੋ ਵੈਲਕਮ ਅਗੇਨ ਕਿ 9 ਆਫਿਸਿਸ ਜਿਹੜੇ ਹੈਗੇ ਨੇ, ਹੈੱਡ ਆਫਿਸ ਚੰਡੀਗੜ੍ਹ ਸੈਕਟਰ 35 ਦੇ ਵਿੱਚ, ਬਾਕੀ ਜਿਹੜੇ ਹੋਰ 8 ਆਫਿਸਿਸ ਜਿਹੜੇ ਨੇ ਮੋਹਾਲੀ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਅੰਮ੍ਰਿਤਸਰ, ਜਲੰਧਰ, ਬਠਿੰਡਾ, ਬਰਨਾਲਾ। ਵੈਲਕਮ। ਔਰ ਸਾਰੇ ਆਫਿਸਿਸ ਦੇ ਵਿੱਚ ਜਿਹੜੇ ਮੇਰੇ ਕਾਉਂਸਲਰਸ, ਮੈਨੇਜਰਸ ਮੇਰੀ ਡਾਇਰੈਕਟ ਗਾਈਡੈਂਸ ਦੇ ਵਿੱਚ, ਟ੍ਰੇਨਿੰਗ ਦੇ ਵਿੱਚ ਕੰਮ ਕਰਦੇ ਨੇ, ਬੜੇ ਧਿਆਨ ਨਾਲ ਇਹ ਸਾਰੀ ਜਿਹੜੇ ਰੂਲ ਰੈਗੂਲੇਸ਼ਨ ਨੇ, ਇਹਨਾਂ ਦੀ ਚੀਜ਼ਾਂ ਦਾ ਧਿਆਨ, ਮੇਰੀ ਖਾਸ ਤੌਰ ਤੇ ਨਿਗਾਹ ਹਰ ਕੇਸ ਦੇ ਉੱਪਰ, ਮੇਰੀ ਨਿਗਾਹ ਕਿਹੜਾ ਕੋਰਸ ਦਿੱਤਾ ਹੈਗਾ, ਔਰ ਇਹ ਸਾਰੀ ਡਿਟੇਲ ਔਰ ਫਾਈਲ ਮੈਂ ਖੁਦ ਚੈੱਕ ਕਰਨੀ ਹੈਗੀ ਹੈ, ਧਿਆਨ ਦੇਣਾ ਹੈਗਾ ਹਰ ਕੇਸ ਦੇ ਉੱਪਰ, ਔਰ 100% ਓਨੈਸਟੀ, ਟਰਾਂਸਪੇਰੈਂਸੀ ਦਾ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਵਾਅਦਾ, ਔਰ ਕੇਅਰ ਦਾ ਵਾਅਦਾ। ਵੈਲਕਮ। ਅਗਲੇ ਸ਼ਨੀਵਾਰ ਦੁਬਾਰਾ 84ਵਾਂ ਆਪਾਂ ਲਾਈਵ ਸੈਸ਼ਨ ਕਰਾਂਗੇ, ਗੱਲਬਾਤ ਕਰਾਂਗੇ, ਸ਼ਨੀਵਾਰ ਸਵੇਰੇ 11 ਵਜੇ। ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ। ਗੁੱਡ ਮਾਰਨਿੰਗ।